ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਜੀ ਜੌਲ ਸਾਹਿਬ, ਵੈਰੀ ਵੈਰੀ ਗੁੱਡ ਮਾਰਨਿੰਗ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਅਰਸ਼ ਮਿਹਰਬਾਨੀ ਤੇ ਸਾਰੇ ਭੈਣ ਭਰਾਵਾਂ ਦਾ ਵੀ ਨਿੱਘਾ ਸਵਾਗਤ ਜੀ ਪ੍ਰੋਗਰਾਮ ਜੀ। ਤੁਹਾਡਾ ਵੀ ਸਵਾਗਤ ਹੈ ਜੀ। ਤੇ ਆਓ ਫਿਰ ਹੁਣ ਗੱਲਾਂ ਬਾਤਾਂ ਕਰੀਏ ਕੁਝ ਚੋਣਵੀਆਂ ਖਬਰਾਂ ਜੋ ਕਿ ਇਸ ਹਫਤੇ ਜਾਂ ਅੱਜ ਸਾਹਮਣੇ ਆ ਰਹੀਆਂ ਨੇ ਜੀ। ਔਰ ਗੱਲਬਾਤ ਕਰਦੇ ਹਾਂ ਏਅਰ ਕੈਨੇਡਾ ਦੀ ਜੀ। ਇਹ ਤਾਂ ਕਾਫੀ ਨਾਇਨਸਾਫੀ ਹੋ ਰਹੀ ਹੈ ਜੀ ਹੁਣ ਏਅਰ ਕੈਨੇਡਾ ਨੂੰ ਲੈ ਕੇ। ਏਅਰ ਕੈਨੇਡਾ ਦੇ ਜਿੰਨੇ ਵੀ ਕਹਿ ਲਓ ਕਿ ਫਲਾਇਰਸ ਸੀ, ਜਿਹੜੇ ਪੈਸੇਂਜਰ ਸੀ ਜਿਨ੍ਹਾਂ ਦੀਆਂ ਫਲਾਈਟਾਂ ਕਈ ਵਾਰੀ ਕੈਂਸਲ ਹੋ ਗਈਆਂ, ਡਿਲੇ ਹੋ ਗਈਆਂ, ਹੁਣ ਕੰਪਨਸੇਸ਼ਨ ਨਹੀਂ ਮਿਲ ਰਿਹਾ, ਡਿਨਾਈ ਕਰ ਰਹੇ ਨੇ ਕੰਪਨਸੇਸ਼ਨ ਏਅਰ ਕੈਨੇਡਾ ਵਾਲੇ। ਦੇਖੋ ਜੀ, ਪਹਿਲਾਂ ਤੇ ਇਹੀ ਬੜੀ ਜ਼ਿਆਦਤੀ ਹੈ ਵੀ ਲੋਕ ਤਿਆਰ ਹੋ ਕੇ ਏਅਰਪੋਰਟਸ ਤੇ ਪਹੁੰਚਣ ਜਾਂ ਤਿਆਰੀ ਕਰ ਰਹੇ ਹੋਣ ਤੇ ਉਧਰੋਂ ਈਮੇਲ ਆ ਜਾਏ 2-4 ਘੰਟੇ ਪਹਿਲਾਂ, ਕਿਉਂਕਿ ਅੱਜ ਕੱਲ੍ਹ 5-5 ਘੰਟੇ ਪਹਿਲਾਂ ਤੇ ਏਅਰਪੋਰਟਸ ਤੇ ਪਹੁੰਚਣਾ ਪੈਂਦਾ ਜੀ। ਤੇ ਤੁਸੀਂ ਤੁਰਨ ਵਾਲੇ ਹੋਵੋ ਤੇ ਉਧਰੋਂ ਈਮੇਲ ਆ ਜਾਏ ਜੀ ਤੁਹਾਡੀ ਕੈਂਸਲ ਹੋ ਗਈ ਫਲਾਈਟ, ਤੁਹਾਡੀ ਫਲਾਈਟ ਹੈ ਜੀ। ਸੋ ਪਹਿਲੀ ਗੱਲ ਤੇ ਇਹੀ ਕਿੰਨੀ ਵੱਡੀ ਜਾਣੀ ਇਨਕਨਵੀਨੀਅੰਸ ਹੈ ਲੋਕਾਂ ਨੂੰ, ਕਿੰਨੀਆਂ ਵੱਡੀਆਂ ਮੁਸ਼ਕਿਲਾਂ ਦਾ ਪਿੱਛੇ ਸਾਹਮਣਾ ਕਰਨਾ ਪਿਆ। ਥੋੜ੍ਹੀ ਬਹੁਤੀ ਰਿਕਵਰੀ ਜਿਹੜੀ ਹੁਣ ਦੇਖੀ ਜਾ ਰਹੀ ਆ, ਪਰ ਅਜੇ ਵੀ ਜਾਣੀ ਏਅਰਪੋਰਟਸ ਦੀਆਂ ਜਿਹੜੀਆਂ ਮੈਨੇਜਮੈਂਟ ਅਥਾਰਟੀਜ਼ ਵੀ ਹੈਗੀਆਂ, ਇੱਥੋਂ ਤੱਕ ਕਿ ਜਿਹੜੇ ਓਮਾਰ ਅਲ ਗਬਰਾ ਆ ਸਾਡੇ ਟਰਾਂਸਪੋਰਟੇਸ਼ਨ ਮਿਨਿਸਟਰ ਕੈਨੇਡਾ ਦੇ, ਉਹਨਾਂ ਦਾ ਵੀ ਜਾਣੀ ਕਿ ਆ ਵੀਕਐਂਡ ਤੇ ਇਹੀ ਉਹਨਾਂ ਨੇ ਥੋੜ੍ਹਾ ਅਪਡੇਟ ਕਰਨ ਦੀ ਕੋਸ਼ਿਸ਼ ਕੀਤੀ ਕਾਫੀ ਸਾਰੇ ਹਫ਼ਤਿਆਂ ਤੋਂ ਬਾਅਦ। ਤੇ ਪਈ ਜੀ ਅਸੀਂ ਅਜੇ ਵੀ ਏਅਰਲਾਈਨ ਦੇ ਨਾਲ ਲੱਗੇ ਹੋਏ ਹਾਂ, ਅਜੇ ਵੀ ਏਅਰਪੋਰਟ ਅਥਾਰਟੀਜ਼ ਦੇ ਨਾਲ ਮੈਂ ਇਨ ਕੰਟੈਕਟ ਹਾਂ। ਸਟਾਫ ਜਿਹੜਾ ਵਧਾਇਆ ਜਾ ਰਿਹਾ ਤੇ ਮੁਸ਼ਕਿਲਾਂ ਹੱਲ ਕੀਤੀਆਂ ਜਾ ਰਹੀਆਂ। ਉਹਦੇ ਵਿੱਚ ਕਾਫੀ ਜਿਹੜੀ ਆ ਹਜੇ ਪ੍ਰੋਗਰੈਸ ਹੋਣਾ ਬਾਕੀ ਆ, ਪਰ ਇਸੇ ਦੌਰਾਨ ਜਿਹੜੇ ਕਹਿ ਲਓ ਕੋਈ ਵਿਕਟਮਸ ਹੈਗੇ ਆ ਟਰੈਵਲਰਸ, ਵੀ ਉਹ ਕਿਤੇ ਜਾ ਕੇ ਅੱਧ ਵਿਚਾਲੇ ਫਸ ਗਏ ਜਾਂ ਘਰੋਂ ਹੀ ਨਹੀਂ ਤੁਰ ਪਾਏ ਤੇ ਤੁਰਨ ਲੱਗਿਆਂ ਜਿਸ ਤਰ੍ਹਾਂ ਵੀ ਈਮੇਲ ਆ ਗਈ ਵੀ ਹੁਣ ਤੁਸੀਂ ਰੁਕ ਜਾਓ, ਤੇ ਜਾਂ ਫਿਰ ਕਿਤੇ ਰਾਹਾਂ 'ਚ ਸੀ, ਉਹਦੇ ਲਈ ਫਿਰ ਨੈਚੁਰਲੀ ਆ ਵੀ ਉਹਦੇ ਨਾਲ ਜਿਹੜੀਆਂ ਕੋਸਟ ਆ ਜੀ ਵੀ ਐਸੋਸੀਏਟਡ ਹੁੰਦੀਆਂ ਵੀ ਜੇ ਰਾਹ ਵਿੱਚ ਨੇ ਟਰੈਵਲਰਸ ਤੇ ਉਹਨਾਂ ਨੂੰ ਹੋਟਲ 'ਚ ਵੀ ਰੁਕਣਾ ਪੈਣਾ, ਉਹਨਾਂ ਨੂੰ ਫੂਡ ਵੀ ਬਾਈ ਕਰਨਾ, ਹੋਰ ਸਾਰੀਆਂ ਨੈਸੈਸਿਟੀਜ਼ ਉਹਨਾਂ ਨੂੰ ਜਿਹੜੀਆਂ ਜੀ ਵੀ ਉਹ ਦੇਖਣਾ ਪੈਣਾ। ਪਰ ਉਹਦੇ ਲਈ ਵੀ ਜਾਣ ਕੇ ਵੀ ਜੇ ਉਹ ਏਅਰਲਾਈਨ ਦੇ ਕਰਕੇ ਸੀ ਏਦਾਂ ਸਟਕ ਹੋਏ ਤੇ ਫਿਰ ਉਹ ਕਲੇਮ ਤਾਂ ਏਅਰਲਾਈਨ ਤੇ ਹੀ ਬਣਦਾ। ਪਰ ਇਹ ਪਤਾ ਲੱਗ ਰਿਹਾ ਵੀ ਜਾਣੀ ਕਿ ਉਹਨਾਂ ਨੇ ਇੱਕ ਇਸ ਤਰੀਕੇ ਦਾ ਕੋਈ ਢੰਗ ਕੱਢਿਆ ਏਅਰ ਕੈਨੇਡਾ ਨੇ ਵੀ ਵੱਧ ਤੋਂ ਵੱਧ ਜਿਹੜੇ ਕਲੇਮ ਆ ਉਹ ਡਿਨਾਈ ਕਿੱਦਾਂ ਕੀਤੇ ਜਾ ਸਕਦੇ ਆ, ਰਾਹ ਜਿਹੇ ਲੱਭੇ ਜਾ ਰਹੇ ਆ ਜੀ। ਤੇ ਉਹਦੇ ਵਿੱਚ ਹੀ ਵੀ ਜਾਣੀ ਇਹ ਜਿਹੜਾ ਸਟਾਫ ਦੀ ਸ਼ਾਰਟੇਜ ਕਰਕੇ ਹਰ ਪਾਸੇ ਜਾਣੀ ਸਾਰੇ ਵਿਭਾਗਾਂ ਦੇ ਵਿੱਚ ਹੀ ਸਰਵਿਸਿਜ਼ ਦਾ ਕਹਿ ਲਓ ਵੀ ਬੇੜਾ ਬੈਠਾ ਆ। ਉਹ ਹੁਣ ਏਅਰਲਾਈਨ ਦੇ ਵਿੱਚ ਵੀ ਏਦਾਂ ਹੀ ਆ। ਤੇ ਉਹਨਾਂ ਨੇ ਜਾਣੀ ਇਹ ਤਰੀਕਾ ਕੱਢਿਆ ਜੀ ਵੀ ਕਿਉਂਕਿ ਜਿਹੜਾ ਜਹਾਜ਼ ਆ ਵੀ ਸਟਾਫ ਦੀ ਇਹ ਜੇ ਸ਼ਾਰਟੇਜ ਆ ਤੇ ਫਿਰ ਜੇ ਅਸੀਂ ਫਲਾਈਟ ਓਪਰੇਟ ਕਰਾਂਗੇ ਤੇ ਉਹ ਸੇਫਟੀ ਰਿਸਕ ਹੋਊਗਾ, ਖਤਰੇ ਦੀ ਘੰਟੀ ਹੋਊਗਾ ਵੀ ਹੈ ਨਾ, ਜੇ ਪੂਰਾ ਸਾਡੇ ਕੋਲ ਅਮਲਾ ਹੀ ਹੈ ਨਹੀਂ ਜਹਾਜ਼ ਜਿਨ੍ਹਾਂ ਨੇ ਫਲਾਈਟ ਲੈ ਕੇ ਜਾਣੀ ਆ। ਅੱਛਾ, ਉਹਦੇ ਵਿੱਚ ਫਿਰ ਹੁਣ ਵੀ ਇਸ ਕਰਕੇ ਵੀ ਜਿਹੜਾ ਸੇਫਟੀ ਰਿਸਕ ਕਰਕੇ ਜੇ ਸਾਨੂੰ ਫਲਾਈਟ ਕੈਂਸਲ ਕਰਨੀ ਪੈਂਦੀ ਆ, ਜੇ ਡਿਲੇਡ ਕਰਨੀ ਪੈਂਦੀ ਆ, ਤੇ ਫਿਰ ਜਿਹੜੇ ਟਰੈਵਲਰਸ ਆ ਉਹਨਾਂ ਦਾ ਕੋਈ ਕਲੇਮ ਨਹੀਂ ਬਣਦਾ। ਇੱਦਾਂ ਦੀਆਂ ਈਮੇਲਾਂ ਉਹਨਾਂ ਨੇ ਡਰਾਫਟ ਕੀਤੀਆਂ ਜਿਹੜੀਆਂ ਕਿ ਲੋਕਾਂ ਨੂੰ ਭੇਜ ਰਹੇ ਆ ਜੀ। ਪਰ ਹੁਣ ਇਹਦੇ ਤੇ ਜਾਣੀ ਕਿ ਵੀ ਜਿਹੜਾ ਇਹ ਗਵਰਨਮੈਂਟ ਹੈ ਉਹਦੇ ਵਿੱਚ ਫੈਡਰਲ ਰੈਗੂਲੇਸ਼ਨਸ ਆ, ਉਹਦੇ ਵਿੱਚ ਜਾਣੀ ਕਿ ਵੀ ਇਹ $1000 ਦਾ ਕਲੇਮ ਆ ਜਿਹੜਾ ਜੀ ਵੀ ਇਹ ਫੂਡ ਦਾ ਜਾਂ ਇਨਕਨਵੀਨੀਅੰਸ ਦਾ ਜਾਣੀ ਏਅਰਲਾਈਨ ਤੇ ਬਣਦਾ ਜੀ ਵੀ ਅਨਰੀਜ਼ਨੇਬਲੀ ਉਹਨਾਂ ਦੀ ਫਲਾਈਟ ਆ ਜਿਹੜੀ ਉਹ ਡਿਲੇ ਹੋਈ ਆ, ਕੈਂਸਲ ਹੋਈ ਆ। ਤੇ ਲੇਕਿਨ ਕਿ ਇਹ ਵੀ ਐਕਸਪਰਟਸ ਕਹਿ ਰਹੇ ਆ ਵੀ ਜਿਹੜਾ ਸਮਝਿਆ ਜਾਂਦਾ ਨਾ ਵੀ ਸੇਫਟੀ ਰਿਸਕ ਆ, ਉਹ ਏਅਰਲਾਈਨ ਨੇ ਜੇ ਸੇਫਟੀ ਰਿਸਕ ਕਰਕੇ ਫਲਾਈਟ ਕੈਂਸਲ ਕੀਤੀ ਹੋਵੇ, ਡਿਲੇ ਕੀਤੀ ਹੋਵੇ, ਤੇ ਉਹਨਾਂ ਦੇ ਬਿਯੋਂਡ ਕੰਟਰੋਲ ਚਾਹੀਦਾ ਉਹ ਫੈਕਟਰ ਜਿਹੜਾ। ਹੁਣ ਬਿਯੋਂਡ ਕੰਟਰੋਲ ਦਾ ਮਤਲਬ ਇਹ ਆ ਵੀ ਉਹ ਜੀ ਵੀ ਸਾਡੇ ਵੱਸ ਦੀ ਗੱਲ ਨਹੀਂ ਸੀ। ਹੁਣ ਜੇ ਮੌਸਮ ਵਿਗੜ ਜਾਵੇ ਸਾਡੇ ਵੱਸ ਦੀ ਗੱਲ ਨਹੀਂ, ਬਿਯੋਂਡ ਕੰਟਰੋਲ ਹੋ ਗਿਆ ਨਾ, ਕੋਈ ਇਹੋ ਜਿਹਾ ਕੋਈ ਅਟੈਕ ਹੋ ਗਿਆ, ਕੋਈ ਖਤਰਾ ਬਣ ਗਿਆ, ਸਰਕਾਰਾਂ ਨੇ ਏਅਰਪੋਰਟ ਬੰਦ ਕਰ ਦਿੱਤੇ, ਕੋਵਿਡ ਵਗੈਰਾ, ਵੀ ਸਾਡੇ ਕੰਟਰੋਲ ਹੋ ਗਿਆ ਵੀ ਅਸੀਂ ਕੁਛ ਕਰ ਹੀ ਨਹੀਂ ਸਕਦੇ ਵੀ ਫਲਾਈਟ ਨਾ ਜੀ। ਉਦੋਂ ਤਾਂ ਜਿਹੜੇ ਜਹਾਜ਼ ਤਿਆਰ ਵੀ ਬੈਠੇ ਸੀਗੇ ਜਾਣੀ ਉਹ ਵੀ ਨਾ ਫਿਰ ਉੜ ਸਕੇ, ਉਹ ਵੱਸ ਦੀ ਗੱਲ ਨਹੀਂ। ਪਰ ਜੇ ਹੁਣ ਸਟਾਫ ਜਸਟ ਘਟਿਆ ਤੇ ਰੈਗੂਲੇਸ਼ਨਸ ਦੇ ਵਿੱਚ ਇਹ ਨਹੀਂ ਹੈਗਾ ਵੀ ਸਟਾਫ ਘਟਿਆ ਜਿਹੜਾ ਉਹ ਏਅਰਲਾਈਨਸ ਦੇ ਬਿਯੋਂਡ ਕੰਟਰੋਲ ਆ, ਵੀ ਉਹਨਾਂ ਦੇ ਵੱਸ ਦੀ ਗੱਲ ਨਹੀਂ ਹੈਗੀ।
ਸੋ ਇਹ ਹੈ ਨਾ, ਸੋ ਇਸ ਕਰਕੇ ਵੀ ਇਹਦੇ ਵਿੱਚ ਹੁਣ ਫਿਰ ਮਤਲਬ ਜੇ ਉਹਨਾਂ ਦਾ ਸਟਾਫ ਘੱਟ ਆ, ਸੇਫਟੀ ਰਿਸਕ ਆ ਜੀ, ਅਸੀਂ ਫਲਾਈਟ ਨਹੀਂ ਉਡਾਉਣੀ, ਤੇ ਇਹਦੇ ਵਿੱਚ ਟਰੈਵਲਰ ਦਾ ਵੀ ਕੋਈ ਉਹ ਕਹਿ ਲਓ ਵੀ ਦੋਸ਼ ਨਹੀਂ ਆ, ਕਸੂਰ ਨਹੀਂ ਆ, ਆਪਾਂ ਕਹਿ ਸਕਦੇ ਜਿੱਦਾਂ ਸਧਾਰਨ ਭਾਸ਼ਾ ਦੇ ਵਿੱਚ। ਸੋ ਇਸ ਕਰਕੇ ਵੀ ਇਹ ਲੱਗ ਰਿਹਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਇਹਨਾਂ ਨੇ ਜ਼ਿਆਦਾ ਇੱਦਾਂ ਦੇ ਕਲੇਮ ਡਿਨਾਈ ਕੀਤੇ ਤੇ ਇਸ ਦਾ ਵੀ ਥੋੜ੍ਹਾ ਬਹੁਤਾ ਰੌਲਾ ਹੋਰ ਵੱਧ ਸਕਦਾ। ਪਰ ਹਾਲ ਦੀ ਘੜੀ ਜਾਣੀ ਕਿ ਲੋਕ ਜਿਹੜੇ ਆ ਜੀ ਵੀ ਇਸ ਤਰ੍ਹਾਂ ਉਹਨਾਂ ਨੇ ਪਰੇਸ਼ਾਨੀਆਂ ਵੀ ਝੱਲੀਆਂ ਤੇ ਉੱਤੋਂ ਜਾਣੀ ਕਿ ਉਹਨਾਂ ਨੂੰ ਹੋਰ ਇਹ ਸਟ੍ਰੈਸ ਦਿੱਤਾ ਜਾ ਰਿਹਾ ਉਹਨਾਂ ਦੇ ਕਲੇਮ ਵੀ ਡਿਨਾਈ ਕਰਕੇ 에ਅਰਲਾਈਨ ਦੇ ਵੱਲੋਂ। Alright, time to submit the papers. Municipal elections and nomination. Municipal elections ਦੀ ontario ਦੇ ਵਿੱਚ ਤੁਹਾਨੂੰ ਪਤਾ ਕਿ ਦੀਵਾਲੀ ਵਾਲੇ ਦਿਨ ਨੇ, ਪਰੰਤੂ ਜਿਨ੍ਹਾਂ ਨੇ ਵੀ ਸਕੂਲ ਟਰਸਟੀ ਜਾਂ ਰੀਜਨਲ ਸਿਟੀ ਮੇਅਰ ਵਾਸਤੇ ਚੋਣ ਲੜਨੀ ਨੇ, ਤੁਹਾਡੇ ਕੋਲ ਹੈਗਾ ਸਿਰਫ ਤੇ ਸਿਰਫ 11th day from today. ਯੈਸ ਅਰਸ਼, ਉਹ ਹੋਏਗਾ 19 ਅਗਸਤ। 19 ਅਗਸਤ ਦੁਪਹਿਰ ਨੂੰ 2 ਵਜੇ ਜਾਣੀ ਉਹ ਡੈਡਲਾਈਨ ਹੈ ਵੀ ਉਸ ਤੋਂ ਪਹਿਲਾਂ ਜਿਹੜੇ ਸਾਰੇ ਓਨਟਾਰੀਓ ਦੇ ਵਿੱਚ ਇਹ 24 ਅਕਤੂਬਰ ਦੀ ਇਲੈਕਸ਼ਨ ਹੈ ਮਿਊਨਿਸਪਲ ਵੀ ਉਹਦੇ ਵਾਸਤੇ ਜਿਹੜੇ ਆਪਣੇ ਪੇਪਰ ਆ ਉਹ ਦਾਖਲ ਕੀਤੇ ਜਾ ਸਕਦੇ ਆ, ਜਿਹੜੇ ਕਿ ਐਲੀਜੀਬਲ ਕੈਂਡੀਡੇਟ ਬਣਨਾ ਚਾਹੁੰਦੇ ਆ ਬੈਲਟ ਪੇਪਰ ਦੇ ਉੱਤੇ ਲੋਕ। ਸੋ ਉਸ ਲਿਹਾਜ਼ ਨਾਲ ਲੱਗ ਰਿਹਾ ਵੀ ਇਹ ਵੀਕ ਆ ਜਿਹੜਾ ਕਾਫੀ ਐਕਟਿਵ ਹੋਊਗਾ। ਸੋ ਇਕੱਲੇ ਜਾਣੀ ਬਰੈਂਪਟਨ 'ਚ ਨਹੀਂ ਇਲੈਕਸ਼ਨ ਹੋ ਰਹੀ, ਸਾਰੇ ਓਨਟਾਰੀਓ ਦੇ ਵਿੱਚ ਇਲੈਕਸ਼ਨ ਇਹ ਸਾਰੇ ਸ਼ਹਿਰਾਂ ਦੇ ਵਿੱਚ ਇੱਕ ਦਿਨੋਂ ਹੀ ਕਰਾਈ ਜਾਂਦੀ ਆ, ਜਿਹੜਾ ਵੀ ਜਾਣੀ ਕਿ ਹਰ ਚੌਥੇ ਸਾਲ ਅਕਤੂਬਰ ਦਾ ਤੀਸਰਾ ਸੋਮਵਾਰ ਹੋਵੇ। ਇਸ ਕਰਕੇ ਜੀ ਵੀ ਇਹ ਇਲੈਕਸ਼ਨ ਆ ਜਿਹੜੀ 24 ਅਕਤੂਬਰ ਦੀ ਆ ਤੇ ਉਸ ਦਿਨ ਦੀਵਾਲੀ ਵੀ ਆ ਤੇ ਬੰਦੀ ਛੋੜ ਦਿਵਸ ਵੀ ਹੈ ਜਿਸ ਤਰ੍ਹਾਂ ਤੁਸੀਂ ਦੱਸਿਆ ਜੀ। ਪਰ 5 ਦਿਨ ਫਿਰ ਹੋਰ ਦਿੱਤੇ ਗਏ ਆ ਐਡਵਾਂਸ ਪੋਲਿੰਗ ਦੇ, 7, 8, 9 ਅਕਤੂਬਰ, 14, 15 ਅਕਤੂਬਰ। ਸੋ ਇੰਨੇ ਦਿਨਾਂ ਦੇ ਵਿੱਚ ਕੋਈ ਨਾ ਕੋਈ ਸਮਾਂ ਤੇ ਜਿਹੜਾ ਜੀ ਵੀ ਵੋਟਰ ਲੱਭ ਸਕਦੇ ਆ ਵੋਟ ਪਾਉਣ ਦੇ ਲਈ, 10-15 ਮਿੰਟ ਜਿਹੜੇ ਉਹਨਾਂ ਨੂੰ ਚਾਹੀਦੇ ਆ ਜੀ। ਸੋ ਤਦ ਕਰਕੇ ਲੇਕਿਨ ਕਿ ਜੀ ਵੀ ਹੁਣ ਉਹ ਲੋਕ ਜਿਹੜੇ ਕਿ ਦੇਖ ਰਹੇ ਆ ਵੀ ਕਾਫੀ ਸਾਰੇ ਇਸ਼ੂਜ਼ ਆਲ ਅਰਾਊਂਡ ਹੈਗੇ ਆ ਸਿਟੀਜ਼ ਦੇ ਵਿੱਚ ਤੇ ਜਿਹੜੇ ਕਿ ਨਹੀਂ ਰਿਜ਼ੋਲਵ ਹੋ ਪਾ ਰਹੇ ਤੇ ਉਹਨਾਂ ਨੂੰ ਲੱਗੇ ਕਿ ਮੈਂ ਕਰ ਸਕਦਾ, ਮੈਂ ਕਰ ਸਕਦੀ ਹਾਂ, ਮੈਂ ਹੈਲਪ ਕਰ ਸਕਦਾ ਹੈ ਨਾ, ਤੇ ਉਹ ਫਿਰ ਜ਼ਰੂਰ ਅੱਗੇ ਆ ਸਕਦੇ ਜੀ ਲੋਕ, ਕਿਉਂਕਿ ਵੋਟਰ ਆ ਜਿਹੜਾ ਉਹ 2 ਕੰਮ ਕਰ ਸਕਦੇ ਨੇ ਸਾਡੇ ਕਿਤੇ ਵੀ ਡੈਮੋਕ੍ਰੇਸੀ ਦੇ ਵਿੱਚ। ਵੈਸੇ ਚਲੋ ਹੋਰ ਕਈ ਸਾਰੇ ਜਿੱਥੋਂ ਆਪਾਂ ਇਹ ਵੀ ਆ ਉੱਥੇ ਕਿਹੜਾ ਕੈਂਡੀਡੇਟ ਬਣਨਾ ਸੌਖਾ, ਉੱਥੇ ਤੇ ਚਲੋ ਤਰ੍ਹਾਂ ਦੀਆਂ ਉਹ ਰੁਕਾਵਟਾਂ ਹੈਗੀਆਂ। ਇੱਥੇ ਕੋਈ ਨਹੀਂ ਹੈ ਜੇ ਕਿਸੇ ਦੇ ਮਨ ਦੇ ਵਿੱਚ ਹੋਵੇ। ਮੈਨੂੰ ਯਾਦ ਹੈ ਜੌਨ ਟੋਰੰਟੋ ਦੇ ਮੇਅਰ ਕਹਿੰਦੇ ਹੁੰਦੇ ਵੀ ਜਦੋਂ ਉਹਨਾਂ ਦੇ ਨਾਲ ਕੋਈ ਬਹਿਸਦਾ ਨਾ ਵਿਅਕਤੀ, ਉਹ ਕਹਿੰਦੇ ਵੀ ਕੋਈ ਨਹੀਂ ਤੁਸੀਂ ਸਾਡੇ ਨਾਲ ਲੜੋ ਨਾ, ਤੁਸੀਂ ਏਦਾਂ ਕਰੋ ਵੀ ਆਹ ਇਲੈਕਸ਼ਨ ਤੇ ਆਈ ਖੜੀ ਹੈ ਹਨਾ, ਤੁਸੀਂ ਕੈਂਡੀਡੇਟ ਬਣੋ, ਤੁਹਾਨੂੰ ਲੋਕ ਚੁਣ ਲੈਣਗੇ ਤੇ ਤੁਸੀਂ ਆਪਣਾ ਉੱਥੇ ਜਾ ਕੇ ਰੂਲਸ ਜਿਹੜੇ ਰੈਗੂਲੇਸ਼ਨ ਦਾ ਬਾਈਲਾ ਬਣਾਇਓ ਤੇ ਮਸਲੇ ਹੱਲ ਕਰਿਓ ਹਨਾ ਜੀ। ਤਾਂ ਪਰ ਜੇ ਹੁਣ ਲੋਕਾਂ ਨੇ ਸਾਨੂੰ ਚੁਣਿਆ ਤੇ ਫਿਰ ਸਾਨੂੰ ਸਾਡਾ ਆਪਣਾ ਕੰਮ ਕਰ ਲੈਣ ਦਿਓ। ਸੋ ਇਸ ਕਰਕੇ ਅੱਜ ਵੀ ਹੁਣ ਮੌਕਾ ਜਿਹੜੇ ਭੈਣ ਭਰਾਵਾਂ ਦੇ ਮਨਾਂ ਦੇ ਵਿੱਚ ਹੋਵੇ ਉਹ ਵੀ ਆਪਣੀ ਇੱਛਾ ਪੂਰੀ ਕਰ ਸਕਦੇ ਨੇ। ਸੋ ਇਹ ਜਿਸ ਤਰ੍ਹਾਂ ਤੁਸੀਂ ਦੱਸਿਆ 19 ਅਗਸਤ ਦੁਪਹਿਰ ਦੇ 2 ਵਜੇ ਤੱਕ ਡੈਡਲਾਈਨ ਹੈ। ਦਿਨ ਬਾਏ ਦਿਨ ਗਰੋਸਰੀਜ਼ ਦੀਆਂ ਪ੍ਰਾਈਸਿਸ ਵੀ ਵਧ ਰਹੇ ਨੇ, ਪਰੰਤੂ ਜੇ ਆਪਾਂ ਔਨਲਾਈਨ ਦੇ ਵੱਲ ਝਾਤੀ ਮਾਰੀਏ, ਔਨਲਾਈਨ ਗਰੋਸਰੀ ਬਾਇੰਗ ਵੀ ਘੱਟ ਚੁੱਕੀ ਹੈ ਜੀ, ਚਾਹੇ ਉਹ ਕੈਨੇਡਾ ਦੇ ਵਿੱਚ ਹੋਵੇ ਚਾਹੇ USA ਦੇ ਵਿੱਚ। 2 ਫੈਕਟਰ ਨੇ ਜੀ, ਇੱਕ ਤਾਂ ਕੁਆਲਿਟੀ ਆਫ ਪ੍ਰੋਡਕਟ, ਦੂਸਰਾ ਡਿਲੇਡ ਡਿਲੀਵਰੀ ਵੀ ਕਾਫੀ ਕੰਸਰਨ ਹੋ ਰਹੀ ਹੈ ਜੀ ਕਸਟਮਰਸ ਨੂੰ ਲੈ ਕੇ। ਇਹ ਦੱਸ ਦਈਏ ਕਿ ਇਹ $3.4 ਬਿਲੀਅਨ ਦਾ ਬਿਜ਼ਨਸ ਆ USA ਦੇ ਵਿੱਚ ਔਨਲਾਈਨ ਗਰੋਸਰੀ ਸ਼ਾਪਿੰਗ ਨੂੰ ਲੈ ਕੇ। ਜੋਲ ਸਾਹਿਬ ਉਹ ਯੈਸ, ਇਹ ਨਾ ਕਲਚਰ ਔਨਲਾਈਨ ਗਰੋਸਰੀ ਦਾ ਵੈਸੇ ਵੀ ਘਰੇ ਬੈਠਿਆਂ ਹੀ ਸਮਾਨ ਘਰੇ ਡਿਲੀਵਰ ਹੋ ਜੇ, ਇਹ ਜ਼ਿਆਦਾ ਵਧਿਆ ਸੀਗਾ ਵੈਸੇ ਆ ਜਦੋਂ ਕੋਵਿਡ ਆਇਆ ਪੈਂਡੈਮਿਕ ਦੇ ਵਿੱਚ। ਉਹ ਤੋਂ ਪਹਿਲਾਂ ਲੋਕ ਐਟਲੀਸਟ ਜਾਣੀ ਕਿ ਜਿਹੜੀਆਂ ਆਪਣੀਆਂ ਸਬਜ਼ੀਆਂ ਦਾਲਾਂ ਖਾਣ ਵਾਲਾ ਕਿਚਨ ਦਾ ਸਮਾਨ ਉੱਥੇ ਜਾ ਕੇ ਜ਼ਰੂਰ ਆਪਣੇ ਹੱਥੀਂ ਦੇਖ ਕੇ ਮਨਪਸੰਦ ਦਾ ਖਰੀਦਣ ਦੇ ਵਿੱਚ ਵਿਸ਼ਵਾਸ ਰੱਖਦੇ ਸੀ। ਪਰ ਕੋਵਿਡ 'ਚ ਜਿਹੜਾ ਕਲਚਰ ਹੈ ਕਾਫੀ ਵਧੀਆ ਫੁੱਲਿਆ। ਮਤਲਬ ਜਿਸ ਤਰ੍ਹਾਂ ਤੁਸੀਂ ਦੱਸਿਆ ਹੈ ਵੀ ਅਮਰੀਕਾ ਦੇ ਵਿੱਚ ਇਹ ਜਾਣੀ $3.5 ਬਿਲੀਅਨ ਦਾ ਐਨੂਅਲ ਹੋ ਚੁੱਕਾ, ਜਿਹੜਾ ਕਿ ਕੋਵਿਡ ਤੋਂ ਪਹਿਲਾਂ ਅਜੇ ਇਹ ਤੋਂ ਅੱਧਾ ਸੀਗਾ। ਸੋ ਹਾਂਜੀ ਕਾਫੀ ਵੱਡਾ ਇਹਦੇ ਵਿੱਚ ਇਜ਼ਾਫਾ ਹੋਇਆ। ਪਰ ਹੁਣ ਕੀ ਹੋਇਆ ਕਿ ਇਹ ਇੱਕ ਤਾਂ ਆਪਾਂ ਦੇਖਿਆ ਵੀ ਸਪਲਾਈ ਚੇਨ ਟੁੱਟਣ ਕਰਕੇ ਜਿਹੜੀਆਂ ਪ੍ਰਾਈਸਿਸ ਆ ਉਹ ਚਲ ਗਈਆਂ, 7 ਅਸਮਾਨੇ ਚੜ੍ਹ ਗਈਆਂ ਜੀ, ਦੁੱਗਣੀਆਂ ਵੀ ਹੋ ਗਈਆਂ, ਕਈ ਸਾਰੀਆਂ ਚੀਜ਼ਾਂ ਦੀਆਂ ਤਿੱਗਣੀਆਂ ਪ੍ਰਾਈਸਿਸ ਵੀ ਹੋ ਗਈਆਂ ਅਰਸ਼। ਤੇ ਉਹਦੇ ਨਾਲ ਹੀ ਤੇ ਜਾਣੀ ਘਰਾਂ ਦੇ ਵਿੱਚ ਇਹ ਜਿਹੜਾ ਆਰਡਰ ਕੀਤਾ ਜਾਂਦਾ ਔਨਲਾਈਨ ਤੇ ਜਦੋਂ ਉਹ ਡਿਲੀਵਰ ਕਰਦੇ ਸਮਾਨ ਤੇ ਜਿਹੜੀ ਉਹ ਪ੍ਰੋਡਕਟਸ ਦੀ ਚੀਜ਼ਾਂ ਦੀ ਵਸਤਾਂ ਦੀ ਜਿਹੜੀ ਕੁਆਲਿਟੀ ਹੁੰਦੀ ਆ ਉਹ ਲੋਕਾਂ ਦੇ ਲਈ ਸੰਤੁਸ਼ਟੀਜਨਕ ਨਹੀਂ ਹੁੰਦੀ ਜੀ। ਲੋਕਾਂ ਨੂੰ ਜਾਣੀ ਉਹ ਪ੍ਰੋਡਕਟਸ ਦੇਖ ਕੇ ਲੱਗਦਾ ਵੀ ਇਹ ਜੇ ਸਟੋਰ ਦੇ ਵਿੱਚ ਮੈਂ ਆਪ ਜਾਂਦੀ ਤੇ ਇਹਦੇ ਨਾਲ ਵਧੀਆ ਚੀਜ਼ ਚੁਣ ਕੇ ਮੈਂ ਉੱਥੋਂ ਲਿਆ ਸਕਣਾ ਸੀਗਾ। ਇਹ ਵੀ ਵੱਡਾ ਕੰਸਰਨ ਆ। ਹੁਣ ਕਿਸੇ ਨੇ ਕੋਈ ਸਬਜ਼ੀਆਂ ਫਲ ਆਰਡਰ ਕੀਤੇ ਹੋਣ ਤੇ ਉਹ ਐਵੇਂ ਹੀ ਕੋਈ ਫੜਾ ਜਾਵੇ ਪੁਰਾਣੇ, ਕਿਉਂਕਿ ਇੱਥੇ ਸਟੋਰਾਂ ਦੇ ਵਿੱਚ ਹੁਣ ਅਸੀਂ ਦੇਖਦੇ ਹਾਂ ਜਿਹੜੀਆਂ ਤਾਜ਼ਾ ਸਬਜ਼ੀਆਂ ਦੇ ਕੋਈ ਮਾਰਕੀਟ ਲੱਗਦੀਆਂ ਹੁੰਦੀਆਂ ਸੀਗੀਆਂ ਜੀ, ਮਤਲਬ ਸਪਲਾਈ ਚੇਨ ਕਰਕੇ ਜਿਹੜਾ ਵੀਕਐਂਡ ਤੇ ਵੀ ਇੱਕ ਦਿਨ ਵੀ ਮਾਰਕੀਟ ਲੱਗਣੀ ਆ, ਕਈ ਥਾਵਾਂ ਤੇ ਸੜੀਆਂ ਸਬਜ਼ੀਆਂ ਫਲ ਅਸੀਂ ਦੇਖੇ ਵੀ ਉਹ ਸਜਾ ਕੇ ਬੈਠੇ ਆ ਜੀ।
ਤੇ ਪਰ ਕਿਉਂਕਿ ਹੁਣ ਲੋਕਾਂ ਕੋਲ ਹੋਰ ਕੋਈ ਆਪਸ਼ਨ ਨਹੀਂ ਗੀ ਤੇ ਉਹ ਟੋਕਰੇ ਦੇ ਵਿੱਚੋਂ ਹੀ ਚੁਣ ਕੇ ਜਿਹੜਾ ਜੀ ਲੋਕਾਂ ਨੂੰ ਕੁਝ ਨਾ ਕੁਝ ਲੈਣਾ ਪੈਣਾ। ਸੋ ਉਹ ਸਥਿਤੀਆਂ ਹੈਗੀਆਂ ਨੇ। ਪਰ ਇਹਦੇ ਨਾਲ ਹੀ ਇਹ ਜਿਹੜਾ ਜਾਣੀ ਕਿ ਅਮਰੀਕਾ ਕੈਨੇਡਾ ਦੇ ਵਿੱਚ ਇੱਥੇ ਕਾਫੀ ਇਹ ਕਲਚਰ ਵਧਿਆ ਸੀ ਵੀ ਅਸੀਂ ਆਨਲਾਈਨ ਹੀ ਆਰਡਰ ਕਰ ਦੇਣਾ। ਪਰ ਆਨਲਾਈਨ ਆਰਡਰ ਦੇ ਵਿੱਚ ਗਰੋਸਰੀ ਆ ਜਿਹੜੀ ਜੀ ਲੋਕ ਇਹ ਪ੍ਰੋਡਕਟ ਦੀ ਕੁਆਲਿਟੀ ਤੇ ਉਹਨਾਂ ਦੀ ਪ੍ਰਾਈਸ ਦਾ ਕਰਕੇ ਹੁਣ ਥੋੜਾ ਜਿਹਾ ਹੱਥ ਪਿੱਛੇ ਖਿੱਚ ਰਹੇ ਆ ਜੀ। ਜੌਲ ਸਾਹਿਬ, ਅਗਲੀ ਖਬਰ ਜਿੱਦਾਂ ਆਪਾਂ ਲਾਸਟ ਵੀ ਗੱਲਬਾਤ ਕੀਤੀ ਸੀ ਕਿ ਆਇਲਸ ਨੂੰ ਲੈ ਕੇ ਕਾਫੀ ਫਰਾਡਸ ਹੋ ਰਹੇ ਨੇ, ਕਾਫੀ ਗੱਲਾਂ ਬਾਤਾਂ ਵੀ ਸਾਹਮਣੇ ਆਈਆਂ ਨੇ ਐਂਡ ਕਾਫੀ ਪ੍ਰੂਫ ਵੀ ਸਾਹਮਣੇ ਆਏ ਨੇ। ਪਰੰਤੂ IRCC ਹੁਣ ਜਦੋਂ IRCC ਦੀ ਗੱਲ ਆਉਂਦੀ, ਜਦੋਂ ਕਿਤੇ ਨਾ ਕਿਤੇ IRCC ਵੱਲ ਕੋਈ ਗੱਲ ਪਹੁੰਚ ਜਾਂਦੀ ਹੈ ਜੀ, ਫਿਰ ਉਹ ਅਮਲ ਕਰਦੇ ਨੇ ਜੀ। ਸੋ IRCC is to add more language test options middle of 2023 ਜਿਸ ਦੇ ਵਿੱਚ IELTS ਤਾਂ ਹੈਗੀ ਹੈ, CELPIP ਅਤੇ TEF ਵਰਗੇ ਅਪਰੂਵਡ ਇੰਗਲਿਸ਼ ਟੈਸਟ ਪ੍ਰੋਵਾਈਡਰਸ ਹਾਲੇ ਤਾਂ ਜਾਰੀ ਨੇ, ਪਰੰਤੂ ਹੋਰ ਵੀ ਐਡ ਕਰਨ ਜਾ ਰਹੇ ਨੇ ਜੀ। ਹਾਂ ਬਿਲਕੁਲ ਜੀ ਅਰਸ਼, ਕਿਉਂਕਿ ਇਹ ਆ ਨਾ ਵੀ ਆਮ ਜਿਹੜਾ ਵਿਅਕਤੀ ਕੋਈ ਮਨੁੱਖ ਹੈ ਹਰ ਇੱਕ ਤੋਂ ਚੰਗੀ ਹੋਣ ਦੀ ਆਸ ਹੁੰਦੀ ਆ, ਇਸ ਕਰਕੇ ਉਹਦੇ ਮੱਥੇ ਤੇ ਲਿਖਿਆ ਹੋਣਾ ਜ਼ਰੂਰੀ ਨਹੀਂ ਆ ਵੀ ਉਹ ਚੰਗਾ ਆ ਜਾਂ ਚੰਗੀ ਆ। ਪਰ ਜਦੋਂ ਇਮੀਗ੍ਰੇਸ਼ਨ ਆਫਿਸਰਸ ਦੇ ਨਾਲ ਡਿਪਾਰਟਮੈਂਟ ਦੇ ਨਾਲ ਲੋਕ ਗੁੱਸਾ ਕੱਢਦੇ ਆ ਵੀ ਕਿੱਦਾਂ ਦੇ ਲੋਕਾਂ ਨੂੰ ਤੁਸੀਂ ਵੀਜ਼ਾ ਦੇ ਰਹੇ ਆ, ਕਿੱਦਾਂ ਦਾ ਇੱਥੇ ਸਮਾਜਿਕ ਵਰਤਾਰਾ ਹੁੰਦਾ ਜਾ ਰਿਹਾ, ਤੇ ਉਹਨਾਂ ਦਾ ਕਈ ਵਾਰੀ ਭੈੜੀਆਂ ਇੱਥੇ ਆ ਕੇ ਬੇਈਮਾਨੀਆਂ ਬਣਦੀਆਂ ਵੀ ਜਦੋਂ ਇਹ ਦੇਸ਼ ਦੇ ਵਿੱਚ ਇਹਨਾਂ ਨੇ ਦਾਖਲ ਹੋਣਾ ਹੁੰਦਾ ਏਅਰਪੋਰਟ ਤੋਂ, ਇਹਨਾਂ ਦੇ ਮੱਥੇ ਤੇ ਥੋੜ੍ਹਾ ਲਿਖਿਆ ਹੁੰਦਾ ਵੀ ਅਸੀਂ ਬੇਈਮਾਨ ਆ। ਵੀ ਮੱਥੇ ਤੇ ਲਿਖਿਆ ਹੋਵੇ ਫਿਰ ਤੇ ਪਤਾ ਲੱਗ ਜੇ ਨਾ ਵੀ ਬੇਈਮਾਨ ਆ ਜੀ, ਬੇਈਮਾਨ ਨਹੀਂ ਆ, ਇਹਨੂੰ ਰਹਿਣ ਦਿਓ। ਬਿਲਕੁਲ। ਪਰ ਉਹ ਹੁਣ ਜਿਹੜੀਆਂ ਕਲਾਵਾਂ ਜਿਹੀਆਂ ਹੈਦਾਂ ਦੀਆਂ ਤੇ ਉਹ ਇੱਥੇ ਆ ਕੇ ਬਾਅਦ ਦੇ ਵਿੱਚ ਜਦੋਂ ਪੈਰ ਜੇ ਲੱਗਣੇ ਸ਼ੁਰੂ ਹੁੰਦੇ ਤੇ ਫੇਰ ਸ਼ੁਰੂ ਹੁੰਦਾ ਨਾ ਕੰਮ ਆਪਣੀਆਂ ਖੀਸੇ ਭਰਨ ਦਾ, ਲੁੱਟਮਾਰ ਕਰਕੇ ਜੀ। ਪਰ ਕੁੱਲ ਮਿਲਾ ਕੇ ਜਾਣੀ ਕਿ ਵੀ ਇਹ ਦੇਖਿਆ ਇਹ ਗਿਆ ਵੀ ਮਾਰ ਧਾੜ ਜਿਹੜੀ ਚਲੋ ਇੱਥੇ ਆ ਕੇ ਬੇਈਮਾਨੀਆਂ ਸ਼ੁਰੂ ਕਰਨੀਆਂ ਉਹ ਤੇ ਗੱਲ ਵੱਖਰੀ ਆ, ਪਰ ਉੱਥੋਂ ਹੀ ਸ਼ੁਰੂ ਆਉਣ ਤੋਂ ਪਹਿਲਾਂ ਹੀ ਵੀ IELTS ਜੇ ਅੰਗਰੇਜ਼ੀ ਨਹੀਂ ਆਉਂਦੀ ਤੇ ਲਿਆਓ ਜੀ ਫਿਰ ਆਪਾਂ ਖਰੀਦ ਲੈਂਦੇ ਹਾਂ ਜੀ। ਅੱਛਾ, ਖਰੀਦਣ ਦੇ ਲਈ ਹੁਣ ਜਿਹੜੇ ਟੈਸਟ ਉਹ ਕਰਨ ਵਾਲੇ ਲੋਕ ਆ ਉਹ ਵੀ ਸਾਡੇ ਵਿੱਚੋਂ ਹੀ ਆ, ਉਹਨਾਂ ਦੇ ਦਿਮਾਗਾਂ 'ਚ ਵੀ ਉਹ ਬੇਈਮਾਨੀਆਂ ਲਾਲਚ ਚੱਲਦੇ ਆ ਜੋ ਸਾਡੇ 'ਚ ਚੱਲਦੇ ਹੁੰਦੇ ਆਮ ਤੌਰ ਤੇ। ਜੀ ਉਹ ਵੀ ਜਾਣੀ ਰਲੇ ਹੋਏ ਹੋਣ ਕਰਕੇ ਪੰਜਾਬ 'ਚ ਵੀ 4 ਅਰੈਸਟ ਹੋ ਚੁੱਕੀਆਂ। ਆਪਾਂ ਗੁਜਰਾਤ ਦੀ ਗੱਲ ਵੀ ਕਰ ਚੁੱਕੇ ਹਾਂ ਪਿਛਲੇ ਹਫ਼ਤੇ, ਜੋ ਸਿਚੁਏਸ਼ਨ ਵਾਪਰੀ ਆ, ਜਿਹੜੇ ਆਏ ਸੀ 7 ਬੈਂਡ ਦੇ ਸਰਟੀਫਿਕੇਟ ਲੈ ਕੇ ਤੇ ਬੋਲ ਇੱਕ ਅੱਖਰ ਵੀ ਨਹੀਂ ਸਕਦੇ ਅੰਗਰੇਜ਼ੀ ਦਾ। ਹੁਣ ਉਹ ਦੇਖ ਰਹੇ ਆ ਜੀ ਵੀ ਇਹ IELTS ਦਾ ਤੇ ਜਿਹੜਾ ਕੋਈ ਹੌਲੀ ਭੱਠਾ ਜਾ ਬਹਿੰਦਾ, ਜਿੱਦਾਂ ਦੀਆਂ ਰਿਪੋਰਟਸ ਆ ਰਹੀਆਂ ਵੀ ਕਾਫੀ ਇਹਦੇ ਵਿੱਚ ਮਾਮਲਾ ਗੜਬੜ ਲੱਗਦਾ ਜੀ, ਤੇ ਫਿਰ ਕਿਉਂ ਨਾ ਅਸੀਂ ਪ੍ਰੋਵਾਈਡਰਸ ਆ ਜਿਹੜੇ ਜੀ ਵੀ ਇਹ ਲੈਂਗੁਏਜ ਟੈਸਟ ਤੇ ਹੋਰ ਵਧਾਈਏ, ਕੰਪੀਟੀਸ਼ਨ ਥੋੜਾ ਵਧੇ। ਤੇ ਇਹ ਹੁਣ ਤੱਕ ਵੈਸੇ 2-3 ਹੀ ਆ, ਕੋਈ ਬਾਹਲਾ ਜ਼ਿਆਦਾ ਕੰਪਨੀਆਂ ਹੈ ਨਹੀਂ ਗੀਆਂ ਜਿਹੜੀਆਂ ਟੈਸਟ ਇਹ ਭਾਸ਼ਾ ਦਾ, ਇੰਗਲਿਸ਼ ਦਾ ਜਾਂ ਫਰੈਂਚ ਦਾ ਵੀ ਲੈ ਸਕਦੀਆਂ, ਜਿਹੜੇ ਕਿ ਖਾਸ ਤੌਰ ਤੇ ਇਕਨੋਮਿਕ ਇਮੀਗ੍ਰੈਂਟ ਆਉਂਦੇ ਆ, ਜਿਨ੍ਹਾਂ ਦੇ ਵਿੱਚ ਸਟੱਡੀ ਪਰਮਿਟ ਵਾਲੇ ਲੋਕ ਆ, ਕੈਨੇਡੀਅਨ ਐਕਸਪੀਰੀਅੰਸ ਕਲਾਸ ਵਾਲੇ ਲੋਕ ਨੇ ਜਾਂ ਫਿਰ ਫੈਡਰਲ ਵਰਕਰਸ ਵਾਲੇ ਨੇ, ਵੀ ਉਹਨਾਂ ਦੇ ਟੈਸਟ ਜਿਹੜੇ ਹੁੰਦੇ ਆ। ਪਰ ਜਿਹੜੇ ਆਮ ਤੌਰ ਤੇ ਰੈਫਿਊਜੀਜ਼ ਨੇ ਜਾਂ ਫਿਰ ਜਿਹੜੇ ਫੈਮਿਲੀ ਕਲਾਸ ਵਿੱਚ ਲੋਕ ਆਉਂਦੇ ਆ, ਉਹਨਾਂ ਦਾ ਤਾਂ ਕੋਈ ਟੈਸਟ ਨਹੀਂ ਨਾ ਲੈਂਗੁਏਜ ਦਾ ਹੁੰਦਾ ਜੀ। ਸੋ ਇਹਨਾਂ ਨੂੰ ਜਿਹੜਾ ਇਹ ਟੈਸਟ ਮੈਂਡੇਟੋਰੀ ਆ ਵੀ ਉਹ ਕਰਾਉਣ ਦੇ ਲਈ ਆਪਸ਼ਨ ਜਿਹੜਾ ਉਹ ਜ਼ਿਆਦਾ ਦਿੱਤੀ ਜਾਵੇ ਵੀ ਇਹ ਜਿਹੜਾ TEF ਜਾਂ ਟੈਫ ਕਰਕੇ ਨੇ ਜਾਂ ਸੈਲਪਿਪ ਨੇ ਤੇ IELTS ਤੋਂ ਬਿਨਾਂ ਜਾਣੀ ਹੋਰ ਵੀ ਜਿਹੜੇ ਪ੍ਰੋਵਾਈਡਰ ਆ ਉਹ ਅਗਲੇ ਸਾਲ ਦੇ ਵਿੱਚ ਹੀ ਕਹਿ ਲਓ ਕਿ ਅਗਲੇ 7-8 ਮਹੀਨਿਆਂ ਦੇ ਵਿੱਚ ਕੋਈ ਨਾ ਕੋਈ ਅਨਾਊਂਸਮੈਂਟ ਆ ਜਿਹੜੀ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਵੱਲੋਂ ਆਉਣ ਦੀ ਸੰਭਾਵਨਾ ਹੈਗੀ ਹੈ ਜੀ। ਇਹਨਾਂ ਤੋਂ ਬਿਨਾਂ ਹੋਰ ਵੀ ਜਿਹੜੇ ਟੈਸਟ ਦੇ ਪ੍ਰੋਵਾਈਡਰ ਨੇ ਉਹ ਅਵੇਲੇਬਲ ਹੋਣਗੇ ਜੀ। ਕਹਿੰਦੇ ਨੇ ਕਿ ਮਾਲਟਨ ਦੇ ਵਿੱਚ ਅੱਜ ਟਰੱਕਸ ਦੀ ਚੈਕਿੰਗ ਹੋਵੇਗੀ ਜੀ। ਜੌਲ ਸਾਹਿਬ, ਹੋ ਰਹੀ ਹੈ ਜੀ, ਆਲਰੇਡੀ ਸਵੇਰੇ 8 ਵਜੇ ਸ਼ੁਰੂ ਹੋ ਗਈ ਆ। ਓਕੇ। ਇਹ ਵੈਸੇ ਅੱਜ ਸਾਰੇ ਓਨਟਾਰੀਓ ਦੇ ਵਿੱਚ ਹੀ ਵੱਖ-ਵੱਖ ਥਾਵਾਂ ਤੇ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਵੀ ਕਰ ਰਹੇ ਨੇ, ਹੋਰ ਰੀਜਨਲ ਪੁਲਿਸ ਫੋਰਸਿਸ ਵੀ ਕਰ ਰਹੇ ਆ। ਪਰ ਉਹਦੇ ਨਾਲ ਹੀ ਪੀਲ ਪੁਲਿਸ ਦੇ ਵੱਲੋਂ ਜਿਹੜਾ ਜੀ ਇਹ ਮਾਲਟਨ ਦੇ ਵਿੱਚ ਸਪੈਸ਼ਲ ਚੈਕਿੰਗ ਜਿਹੜੀ ਕਹਿ ਲਓ ਕਿ ਮਾਲਟਨ ਦਾ ਦਿਲ ਆ ਏਰੀਆ, ਗੌਰਵੇ ਡਰਾਈਵ ਜੀ, ਤੇ ਉੱਥੇ ਜੀ ਵੀ ਇਹ ਨੇੜੇ ਹੀ ਜਿਹੜਾ ਬਕਾਇਦਾ ਤੌਰ ਤੇ ਬਣਿਆ ਹੋਇਆ ਬਿਲਡਿੰਗ ਪੌਲ ਕਾਫੀ ਅਰੀਨਾ, ਉੱਥੇ ਲਿਜਾ ਕੇ ਪਹਿਲਾਂ ਟਰੱਕ ਨੂੰ ਜਾਣੀ ਸੜਕ ਤੇ ਜਿਹੜਾ ਉਹਨਾਂ ਨੇ ਰੋਕਣਾ, ਰੋਕ ਕੇ ਫਿਰ ਉੱਥੇ ਲਿਜਾਇਆ ਜਾਣਾ, ਉੱਥੇ ਫਿਰ ਉਹਦੀ ਚੈਕਿੰਗ ਇੰਸਪੈਕਸ਼ਨ ਜਿਹੜੀ ਕੀਤੀ ਜਾਣੀ ਆ ਤਾਂ ਕਿ ਵੀ ਜਿਹੜਾ ਇਹ ਰੋਡ ਸੇਫਟੀ ਆ ਉਹ ਯਕੀਨੀ ਬਣਾਈ ਜਾ ਸਕੇ। ਸੋ ਇਹ ਜਿਹੜਾ ਬਲਿਟਸ ਆਪਰੇਸ਼ਨ ਆ ਜਿਹਦੇ ਵਿੱਚ ਕਿ ਕਮਰਸ਼ੀਅਲ ਵਹੀਕਲ ਦੀ ਚੈਕਿੰਗ ਆ ਜਿਹੜੀ ਜੀ ਟੈਕਨੀਕਲ ਇੰਸਪੈਕਸ਼ਨ ਆ ਉਹ ਅੱਜ ਸਾਰਾ ਦਿਨ ਹੁੰਦੀ ਰਹਿਣੀ ਆ। ਕੱਲ੍ਹ ਤੋਂ ਬਾਅਦ ਦੁਪਹਿਰ 3 ਵਜੇ ਤੱਕ ਸਵੇਰੇ 8 ਵਜੇ ਸਿਲਸਿਲਾ ਸ਼ੁਰੂ ਹੋਇਆ ਸੀਗਾ ਜੀ। ਸੋ ਜਿਹੜੇ ਟਰੱਕਰਸ ਆ ਜੀ ਵੀ ਉਹ ਤਾਂ ਕਿ ਵੀ ਥੋੜ੍ਹਾ ਜਿਹਾ ਉਹ ਖਬਰਦਾਰ ਰਹਿਣ ਵੀ ਕਿਸ ਤਰੀਕੇ ਦੇ ਨਾਲ ਇਹ ਚੈਕਿੰਗ ਕਲੋਪੀ ਦੇ ਵਿੱਚ ਫਸ ਕੇ ਟਿਕਟਾਂ ਲੈਣ ਦੀ ਬਜਾਏ ਉਹ ਤੋਂ ਪਹਿਲਾਂ ਹੀ ਆਪਣਾ ਜਿਹੜਾ ਲੋਡ ਤੇ ਟਰੱਕ ਹੈ ਉਹਨੂੰ ਮੇਕ ਸ਼ੋਰ ਕਰ ਲਿਆ ਜਾਏਗੀ। ਜੌਲ ਸਾਹਿਬ, ਥੋੜ੍ਹਾ ਜਿਹਾ ਆਪਾਂ ਆਪਣੇ ਮੈਪ ਬਾਰੇ ਗੱਲਬਾਤ ਕਰੀਏ ਬਿਕਾਜ਼ ਵਾਰਡ 9 ਅਤੇ 10 ਕਾਫੀ ਵੱਡਾ ਮੈਪ ਹੈ ਜੀ, ਜਦੋਂ ਕਹਿੰਦੇ ਕਿ 2 MPs ਦਾ ਇਲਾਕਾ ਆ। ਸੋ ਬਹੁਤ ਵੱਡਾ ਇਹ ਜ਼ਿੰਮੇਵਾਰੀ ਹੈ ਤੁਹਾਡੇ ਮੋਢਿਆਂ ਦੇ ਉੱਤੇ ਇਸ ਵਾਰ। ਗੁਰੂ ਮਹਾਰਾਜ ਜੀ, ਚਲੋ ਜੀ ਆਪ ਜਾਣੇ ਜਾਣਨੇ, ਪਰ ਦੂਸਰੇ ਪਾਸੇ ਇਹ ਹੈ ਨਾ ਜਿਹੜੀ ਸਾਡੀ ਟੀਮ ਹੈ ਜੀ,
ਹੁਣ ਇਹ ਆਪਾਂ ਇਹ ਗੱਲ ਲੈ ਕੇ ਚੱਲਦੇ ਹਾਂ ਵੀ ਕਮਿਊਨਿਟੀ ਭੈਣ ਭਰਾ ਆਪੇ ਹੀ ਸਾਡੀ ਟੀਮ ਆ, ਵੀ ਅਸੀਂ ਕੋਈ ਬਹੁਤੀ ਵੱਖਰੀ ਕੋਈ ਯੂਨੀਕ ਟੀਮ ਗਠਨ ਕਰਨ ਦੇ ਵਿਸ਼ਵਾਸ ਜਿਹੜਾ ਨਹੀਂ ਰੱਖਦੇ ਜੀ, ਕਿਉਂਕਿ ਵੀ ਇਹ ਗਰੁੱਪਾਂ ਦੀ ਗੱਲ, ਧੜਿਆਂ ਦੀ ਗੱਲ, ਜਾਂ ਹੋਰ ਜੋ ਵੀ ਇਲਾਕਾਵਾਦ ਦੀ ਗੱਲ, ਰਿਸ਼ਤੇਦਾਰੀਆਂ ਦੀ ਗੱਲ, ਪਰਿਵਾਰਵਾਦ ਦੀ ਗੱਲ, ਇਹਦੇ ਤੋਂ ਦੁਖੀ ਹੋ ਕੇ ਆਪਾਂ ਐਡੀ ਦੂਰ ਆਏ ਆ ਇਸ ਮੁਲਕ ਦੇ ਵਿੱਚ। ਇੱਥੇ ਆ ਕੇ ਆਪਾਂ ਇਹ ਨਹੀਂ ਕਰਨਾ ਚਾਹੁੰਦੇ, ਆਪਾਂ ਤੇ ਸਿਰਫ ਕੰਮ ਨਾਲ ਪਿਆਰ ਕਰਨਾ ਚਾਹੁੰਦੇ, ਚੰਮ ਨਾਲ ਨਹੀਂ ਕਰਨਾ ਚਾਹੁੰਦੇ ਜੀ। ਸੋ ਤਦ ਕਰਕੇ ਇਹ ਆ ਜੀ ਵੀ ਜੇ ਕੰਮ ਨਾਲ ਪਿਆਰ ਹੈ, ਆਪਾਂ ਭੈਣ ਭਰਾਵਾਂ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ ਆਪਣੇ ਆਪ ਨੂੰ ਲੈ ਕੇ। ਤੇ ਹੁਣ ਕਮਿਊਨਿਟੀ ਦੇ ਰਿਐਕਸ਼ਨ ਤੋਂ ਵੈਸੇ ਲੱਗਦਾ ਵੀ ਆ ਕਿ ਸਾਡੀ ਟੀਮ ਉਹ ਆਪ ਹੀ ਬਣੇ ਹੋਏ ਨੇ, ਆਪ ਹੀ ਭੈਣ ਭਰਾ ਨੇ। ਸੋ ਇਸ ਕਰਕੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਬਹੁਤ ਸਾਡਾ ਵੱਡਾ ਇਲਾਕਾ, ਜਿਸ ਤਰ੍ਹਾਂ ਤੁਸੀਂ ਦੱਸਿਆ ਜੀ, 2 MP ਸਾਹਿਬਾਨਾਂ ਦਾ, ਵੱਡੇ ਹਲਕੇ ਉਹਨਾਂ ਦੇ ਹਿੱਸੇ ਜਿਹੜੇ ਇਹਦੇ ਵਿੱਚ ਪੈਂਦੇ, ਬਰੈਂਪਟਨ ਨਾਰਥ ਦੇ L6R ਜਿਹੜਾ ਸਾਰੇ ਦਾ ਸਾਰਾ ਜੀ, ਤੇ ਇਹਦੇ ਨਾਲ ਹੀ ਫਿਰ L6P ਦਾ ਵੀ ਵੱਡਾ ਹਿੱਸਾ, ਜਿਹਦੇ ਵਿੱਚ ਕੋ ਬਰੈਂਪਟਨ ਈਸਟ ਰਾਈਡਿੰਗ ਪੈਂਦੀ ਆ, ਉਹਦੇ ਵਿੱਚ ਕੁਝ ਹਿੱਸਾ ਜਿਹੜਾ ਵਾਰਡ 8 ਚ ਆ ਜਾਂਦਾ। ਤੇ ਵਾਰਡ 8 ਚੋਂ ਵੈਸੇ ਕਾਫੀ ਸਾਨੂੰ ਫੋਨ ਕਾਲਸ ਆਉਂਦੇ ਆ ਜੀ ਵੀ ਵੋਟ ਤੁਹਾਨੂੰ ਪਾਵਾਂਗੇ, ਕਿਉਂਕਿ ਪਹਿਲਾਂ ਵਾਰਡ 10 ਦਾ ਹੀ ਹਿੱਸਾ ਸੀ ਜੀ। ਬਿਲਕੁਲ ਸਪਲਿਟ ਹੋ ਗਿਆ ਸੀ। ਕੈਸਲਮੋਰ ਰੋਡ ਤੋਂ ਸਾਊਥ ਸਾਈਡ ਨੂੰ ਤੇ ਗੋਰ ਰੋਡ ਤੋਂ ਵੈਸਟ ਸਾਈਡ ਨੂੰ ਇਲਾਕਾ ਪੈ ਜਾਂਦਾ, ਪਰ ਉਹ ਹੁਣ ਵਾਰਡ 8 ਆ ਜੀ। ਸੋ ਇਸ ਕਰਕੇ ਦਸ਼ਮੇਸ਼ ਦਰਬਾਰ ਗੁਰਦੁਆਰਾ ਸਾਹਿਬ ਦੇ ਸਾਹਮਣੇ ਵਾਲਾ ਏਰੀਆ ਜਿਹੜਾ ਹਾਈਵੇ 50 ਦੇ ਨਾਲ ਉਹ ਸਾਡੇ ਵਾਰਡ 10 ਦੇ ਵਿੱਚ ਆ ਜੀ। ਸੋ ਵਾਰਡ 10 ਜਿਹੜਾ ਫਿਰ ਉੱਥੋਂ ਹਾਈਵੇ 50 ਤੋਂ ਸਿੱਧਾ ਹੀ ਜਾ ਕੇ ਹਾਈਵੇ 410 ਤੱਕ ਜਾ ਲੱਗਦਾ, ਵੱਡਾ ਏਰੀਆ। ਉਧਰ ਮੇਫੀਲਡ ਰੋਡ ਤੋਂ ਜਦੋਂ ਸਾਊਥ ਵੱਲ ਨੂੰ ਚੱਲ ਪੈਣਾ, ਏਅਰਪੋਰਟ ਰੋਡ ਤੇ, ਮਕਵੀਨ ਤੇ, ਗੌਰਵੇ ਤੇ, ਡਿਕਸੀ ਤੇ, ਉਹ ਸਾਰੇ ਜਿਹੜਾ ਜੀ ਪੀ ਬੋਵੇਡ ਡਰਾਈਵ ਤੱਕ ਆ ਕੇ ਕੈਸਲਮੋਰ ਰੋਡ ਤੱਕ ਜਿਹੜਾ ਸਾਰਾ ਇਲਾਕਾ ਹੈ। ਸੋ ਉੱਥੋਂ ਦੇ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਐਡਵਾਂਸ ਪੋਲ 7, 8, 9 ਅਕਤੂਬਰ ਨੂੰ, 14, 15 ਅਕਤੂਬਰ ਨੂੰ ਸ਼ੁਰੂ ਹੋ ਜਾਣੀ ਹੈ। ਤੇ ਕਿਉਂਕਿ ਵੀ ਦੀਵਾਲੀ ਵਾਲਾ ਦਿਨ ਆ, ਉਦੋਂ ਤੁਸੀਂ ਦੀਵਾਲੀ ਦੀ ਸ਼ਾਪਿੰਗ ਵੀ ਕਰਨੀ ਹੈ ਤੇ ਐਡਵਾਂਸ ਪੋਲ ਦੇ ਵਿੱਚ ਕੰਮ ਇਸ ਵਾਰ ਨਿਬੇੜ ਲੈਣਾ ਹੈ। ਵਾਰਡ 9 ਦੇ ਜਿਹੜੇ ਰੈਜ਼ੀਡੈਂਟ ਹੋਣਗੇ ਜੀ, ਪੀਓ ਸੌਕਰ ਸੈਂਟਰ ਦੇ ਵਿੱਚ ਜਾਂ ਫਿਰ ਸੇਵ ਮੈਕ ਸੈਂਟਰ ਜਿਹੜਾ ਉਹ ਹੁਣ ਹੈ ਸੰਦਲਪੁਰ ਤੇ ਡਿਕਸੀ ਰੋਡ ਤੇ, ਸਾਰਿਆਂ ਨੂੰ ਪਤਾ ਉੱਥੇ ਵੋਟਾਂ 9 ਵਾਰਡ ਵਾਲੇ ਪਾਉਣਗੇ। ਤੇ 10 ਵਾਲੇ ਜਿਹੜੇ ਜੀ ਪੀ ਉਹ ਗੋਰ ਮੀਡੋ ਲਾਇਬ੍ਰੇਰੀ, ਸਾਰਿਆਂ ਨੂੰ ਪਤਾ ਗੋਰ ਰੋਡ ਦੇ ਉੱਤੇ ਹੈ, ਤੇ ਉਹ ਉੱਥੇ ਜੀ ਪੀ ਉਹਨਾਂ ਦਾ ਪੋਲਿੰਗ ਸਟੇਸ਼ਨ ਹੋਏਗਾ ਐਡਵਾਂਸ ਪੋਲ ਦੇ ਵਿੱਚ। ਬਾਕੀ ਆਪਾਂ ਸੰਪਰਕ ਵਿੱਚ ਰਵਾਂਗੇ। ਹੁਣ ਸਤੰਬਰ ਅਕਤੂਬਰ ਸਾਰਾ ਵੱਧ ਤੋਂ ਵੱਧ ਭੈਣ ਭਰਾਵਾਂ ਨੂੰ ਮਿਲਣ ਦੀ ਕੋਸ਼ਿਸ਼ ਹੋਵੇਗੀ। ਬਿਲਕੁਲ ਡੋਰ ਟੂ ਡੋਰ ਹਰ ਜਗ੍ਹਾ ਕਿੱਥੇ ਜਾਇਆ ਜਾਣਾ, ਕਿਉਂਕਿ ਵੱਡੇ ਇਲਾਕੇ ਨੇ। ਸੋ ਇਸ ਕਰਕੇ ਭੈਣ ਭਰਾ ਆਪ ਹੀ ਸਾਡੀ ਟੀਮ ਨੇ ਬਹੁਤ ਬਹੁਤ ਸਾਹਿਬ ਦਾ ਅਸੀਂ ਧੰਨਵਾਦ ਕਰਦੇ ਹਾਂ, ਜਿੰਨਾ ਵੀ ਸਹਿਯੋਗ ਦਿੱਤਾ। ਜੌਲ ਸਾਹਿਬ, ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ ਜੌਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।